ਪੰਜਾਬ ਸਰਕਾਰ ਦੇ ਕਰੀਬ 4 ਸਾਲ ਹੋਣ ਵਾਲੇ ਇਹਨਾਂ 4 ਸਾਲਾਂ ਦੀ ਅਗਰ ਗੱਲ ਕੀਤੀ ਜਾਵੇ ਤੇ ਫਿਲਹਾਲ ਜਿਹੜੇ ਕਰੋਨਾ ਹਾਲਾਤਾਂ ਨੂੰ ਲੈ ਕੇ ਤੇ ਜਾਂ ਜਿਹੜੇ ਸੂਬੇ ਅੰਦਰ ਵਿਰੋਧੀ ਕਹਿ ਰਹੇ ਨੇ ਕਿ ਬਹੁਤ ਵੱਡੇ ਵੱਡੇ ਘਪਲੇ ਹੋ ਗਏ ਨੇ, ਸਰਕਾਰ ਘਪਲਿਆਂ ਦੀ ਸਰਕਾਰ ਬਣ ਚੁੱਕੀ। ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹੋਣਾ ਦੇ ਨਾਲ ਕਿ ਉਹ ਕੀ ਸੋਚਦੇ। ਮਲੂਕ ਸਾਹਿਬ, ਜਿਸ ਤਰ੍ਹਾਂ ਸਰਕਾਰ ਚੱਲ ਰਹੀ ਹੈਗੀ ਆ, ਤੁਹਾਨੂੰ ਲੱਗਦਾ ਹੈਗਾ ਕਿ ਅਕਾਲੀ ਦਲ ਦੀ ਵਾਪਸੀ ਹੋ ਜਾਏਗੀ? ਵੇਖੋ, ਅਕਾਲੀ ਦਲ ਦੀ ਜਿਹੜੀ ਹੁਣ ਦੀ ਗੱਲ ਆ, ਅੱਜ ਦੀ ਸਥਿਤੀ ਕਹਿ ਲਓ ਜਾਂ 2-3-4 ਮਹੀਨੇ ਪਹਿਲਾਂ ਦੀ ਜਿਹੜੀ ਅਸੀਂ ਐਨਾਲਿਸਿਸ ਕਰਦੇ ਹਾਂ ਸਾਰੇ ਪੰਜਾਬ ਦੇ, ਉਹਦੇ ਤਾਂ ਹੁਣ ਕੋਈ ਰੌਲਾ ਹੀ ਨਹੀਂ ਹੈਗਾ ਕਿ 2022 'ਚ ਅਕਾਲੀ ਦਲ ਦੀ ਸਰਕਾਰ ਨਾ ਆਵੇ, ਅਕਾਲੀ ਦਲ BJP ਜੁਆਇੰਟ ਸਰਕਾਰ ਆ ਜਿਹੜੀ ਨਾ ਆਵੇ। ਇਹ 100% ਆਏਗੀ ਕਿਉਂਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦੇ ਇੰਨੇ ਜ਼ਿਆਦਾ ਕਰ ਲਏ ਤੇ ਵੱਡੇ ਕਰ ਲਏ ਜਿਹੜੇ ਕਿ ਉਹ ਪੂਰੇ ਨਹੀਂ ਹੋਏ ਕਿਸੇ ਲੋਟ ਵੀ। ਦੇਖੋ, ਪਹਿਲੀ ਵਾਰ ਹੋਇਆ ਕਿ ਕਿਸੇ ਕਾਂਗਰਸ ਦੇ ਪ੍ਰਧਾਨ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਹੋਵੇ, ਤਲਵੰਡੀ ਸਾਬੋ ਜਿਹੜਾ ਤਖਤ ਹੈ ਸਿੱਖਾਂ ਦਾ 5ਵਾਂ, ਉਹਦੇ ਵੱਲ ਮੂੰਹ ਕਰਕੇ ਕਿ ਮੈਂ ਜੋ ਕਹਿਣਾ ਉਹ ਕਰੂੰਗਾ ਇੱਥੇ। ਅੱਛਾ, ਲੋਕੀ ਫਿਰ ਵਿਸ਼ਵਾਸ ਕਰ ਲੈਂਦੇ ਨੇ ਵੀ ਐਡਾ ਵੱਡਾ ਬੰਦਾ ਹੈ, ਗੁਟਕਾ ਸਾਹਿਬ ਦੀ ਸਹੁੰ ਖਾਂਦਾ ਤੇ ਕਰਨਗੇ। ਉਹਦਾ ਇਹਨਾਂ ਨੂੰ ਫਾਇਦਾ ਵੀ ਹੋਇਆ। ਖਾਸ ਕਰਕੇ ਦੋ ਚੀਜ਼ਾਂ 'ਚ ਇਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ। ਇੱਕ ਸੀ ਕਰਜ਼ਾ ਮਾਫੀ ਦਾ, ਇੱਕ ਸੀ ਘਰ ਘਰ ਨੌਕਰੀ ਦਾ। ਗੱਲਾਂ ਤਾਂ ਦੂਜੀਆਂ ਵੀ ਸਾਰੀਆਂ ਵੱਡੀਆਂ ਸੀਗੀਆਂ, ਪਰ ਇਹ ਦੋ ਗੱਲਾਂ ਲੋਕਾਂ ਨੂੰ ਸਿੱਧੀਆਂ ਕਰਦੀਆਂ ਸੀ ਕਿਉਂਕਿ ਬੇਰੁਜ਼ਗਾਰੀ ਵੀ ਹੈ ਪੰਜਾਬ ਦੇ ਵਿੱਚ, ਕਰਜ਼ਾ ਵੀ ਹਰੇਕ ਬੰਦੇ ਦੇ ਸਿਰ ਹੈ। ਉਸ ਲਾਲਚ 'ਚ ਲੋਕਾਂ ਨੇ ਵੋਟਾਂ ਵੀ ਇਹਨਾਂ ਨੂੰ ਪਾਤੀਆਂ, ਕੋਈ ਦੋ ਰਿਆਂ ਨਹੀਂ ਹੈਗੀਆਂ, ਅਤੇ ਉਹਦਾ ਫਾਇਦਾ ਉਠਾ ਕੇ ਕਾਫੀ ਵੱਡੀ ਮੈਜੋਰਟੀ ਸਰਕਾਰ ਕਾਂਗਰਸ ਦੀ ਸੱਤਾ ਦੇ ਵਿੱਚ ਆਈ। ਪਰ ਸੱਤਾ 'ਤੇ ਆਉਣ ਦੀ ਸਾਰ ਸਾਰਾ ਕੁਛ ਹੀ ਮੁੱਕਰ ਗਈ ਸਰਕਾਰ। ਨਾ ਕੋਈ ਕਰਜ਼ਾ ਮਾਫ ਕੀਤਾ, ਨਾ ਕੋਈ ਘਰ ਘਰ ਨੌਕਰੀ ਦਿੱਤੀ। ਬਾਕੀ ਚਲੋ 51,000 ਸਗਨ ਸੀ, ਮੋਬਾਈਲ ਸੀ, ਬੇਰੁਜ਼ਗਾਰੀ ਭੱਤੇ ਸੀ, ਪੈਨਸ਼ਨਾਂ ਸੀ, ਖੰਡ ਚੀਨੀ ਦੇਵਾਂਗੇ ਨਾਲ, ਉਹ ਸਾਰੀਆਂ ਗੱਲਾਂ ਤੋਂ ਤਕਰੀਬਨ ਸਰਕਾਰ ਭੱਜ ਹੀ ਗਈ। ਕਿਸਮ ਦੀ ਦੇਣਾ ਲੈਣਾ ਤਾਂ ਕੀ ਸੀ ਜਿਹੜੀਆਂ ਸਰਕਾਰ ਮਤਲਬ ਤੁਹਾਡੇ ਮੁਤਾਬਕ ਸਰਕਾਰ ਭੱਜ ਗਈ, ਜੋ ਵਾਅਦੇ ਕੀਤੇ ਹੈਗੇ ਨੇ। ਅਕਾਲੀ ਦਲ ਨੂੰ ਮੋੜਾ ਪੈ ਗਿਆ ਜੀ। ਸਰਕਾਰ ਇਕੱਲਾ ਭੱਜੀ ਨਹੀਂ, ਜਿਹੜੇ ਵਾਅਦੇ ਜਿਹੜੇ ਅਕਾਲੀ ਦਲ ਦੀਆਂ ਚੰਗੀਆਂ ਸਕੀਮਾਂ ਸੀ ਉਹ ਵੀ ਬੰਦ ਕਰਤੀਆਂ ਜਿਹੜੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ ਸੀ। ਜਿਵੇਂ ਪਿੰਡਾਂ 'ਚ ਸੁਵਿਧਾ ਕੇਂਦਰ ਚੱਲਦੇ ਸੀ, ਲੋਕਾਂ ਨੂੰ ਬੜਾ ਸੁੱਖ ਸੀ, ਘਰ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਂਦਾ ਸੀ। ਲੋਕਾਂ ਦੀਆਂ ਪੈਨਸ਼ਨਾਂ ਕੱਟਤੀਆਂ, ਨੀਲੇ ਕਾਰਡ ਕੱਟਤੇ, ਜਿਹਦੇ ਨਾਲ ਕਾਫੀ ਰੌਲਾ ਪਿਆ। ਸੋ ਇਸ ਕਰਕੇ ਸਰਕਾਰ ਦੀਆਂ ਜਿਹੜੇ ਹੋਰ ਵਾਅਦੇ ਸੀ, ਜਿਵੇਂ ਉਹਨਾਂ ਨੇ ਕਿਹਾ ਵੀ 4 ਹਫ਼ਤਿਆਂ 'ਚ ਅਸੀਂ ਨਸ਼ਾ ਬੰਦ ਕਰ ਦੂੰਗਾ, ਮੈਂ ਤਾਂ 4 ਹਫ਼ਤਿਆਂ 'ਚ ਹੀ ਕਰ ਦੂੰਗਾ, ਇਹ ਸਾਰੀਆਂ ਗੱਲਾਂ ਸੀ। ਉਹ ਵੀ ਸਾਰਾ ਬੰਦ ਤਾਂ ਕੀ ਹੋਣਾ ਸੀ, ਉਲਟਾ ਕਈ ਗੁਣਾ ਜ਼ਿਆਦਾ ਹੋ ਗਿਆ। ਸ਼ਰਾਬ ਦੀਆਂ ਕਾਂਗਰਸ ਪਾਰਟੀ ਦੇ MLA ਨੇ ਜਾਂ ਉਹਨਾਂ ਦੇ ਨਜ਼ਦੀਕੀਆਂ ਨੇ ਜਾਂ ਉਹਨਾਂ ਦੀ ਆੜ ਦੇ ਵਿੱਚ ਆਪਣੀਆਂ ਫੈਕਟਰੀਆਂ ਚਲਾ ਲਈਆਂ, 2 ਨੰਬਰ ਦੀ ਸ਼ਰਾਬ ਬਣਾਉਣ ਲੱਗ ਗਏ, ਜਿਹਦੇ ਨਾਲ ਬਹੁਤ ਵੱਡਾ ਦੁਖਾਂਤ ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਵਾਪਰਿਆ। ਉਹ ਸਾਰੀਆਂ ਗੱਲਾਂ ਦੇ ਨਾਲ ਲੋਕਾਂ 'ਚ ਇੱਕ ਕਿਸਮ ਦੀ ਐਸਾ ਮਾਹੌਲ ਇਸ ਵੇਲੇ ਪੈਦਾ ਹੋ ਗਿਆ ਕਿ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ। ਕਾਂਗਰਸ ਪਾਰਟੀ ਨੇ ਜਾਂ ਇਹਦੇ ਪ੍ਰਧਾਨ ਸਾਹਿਬ ਨੇ ਜਾਂ ਜੋ ਮੌਜੂਦਾ ਮੁੱਖ ਮੰਤਰੀ ਜੀ ਨੇ, ਵੀ ਇਹਨਾਂ ਨੇ ਸਾਡੇ ਨਾਲ ਫਰਾਡ ਕੀਤਾ, ਧੋਖਾ ਕੀਤਾ, ਸਾਥੋਂ ਧੋਖੇ ਨਾਲ ਵੋਟਾਂ ਲੈ ਗਏ, ਕੰਮ ਸਾਰੇ ਉਦੋਂ ਉਲਟ ਕਰਤੇ। ਬੇਰੁਜ਼ਗਾਰੀ ਵੀ ਇਸ ਸਿਰੇ 'ਤੇ ਆ, ਝੂਠ ਬੋਲਣ ਦੀਆਂ ਹੱਦਾਂ ਹੀ ਟਪਾਈ ਜਾਂਦੇ, ਹਲੇ ਵੀ ਨਹੀਂ ਹਟਦੇਗੇ। ਜਿਹੜੀ ਲੋਕ ਦੇਖੋ, ਅਸੀਂ ਜੋ ਮਰਜ਼ੀ ਕਹੀ ਜਾਈਏ, ਪਬਲਿਕ ਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੈ ਨਾ। ਅਸੀਂ ਮੈਂ ਕਹਾਂ ਜੋ ਹੋਰ ਕੋਈ ਕਹੀ ਜਾਵੇ, ਕੋਈ ਫਰਕ ਨਹੀਂ ਪੈਦਾ ਹੁੰਦਾ। ਸੋ ਇਸ ਵੇਲੇ ਤਾਂ ਬਿਲਕੁਲ ਹੀ ਐਂ ਲੋਕੀ ਤਾਂ ਭਾਲਦੇ ਆ ਕਿ ਜੇ ਅੱਜ ਵੀ ਵੋਟਾਂ ਪੈ ਜਾਣ ਤਾਂ ਅਕਾਲੀ ਦਲ BJP ਦੀ ਜਿਹੜੀ ਸਰਕਾਰ ਆ ਉਹ ਪੱਕੀ ਆ, ਕੋਈ ਰੌਲਾ ਨਹੀਂ। ਲੱਗਦਾ ਕਿ ਜਿਹੜੇ ਤੁਸੀਂ ਕਹੇ ਕਿ ਜਿਹੜੇ ਕਾਂਗਰਸੀ ਵਿਧਾਇਕ ਜਾਂ ਉਹਨਾਂ ਦੇ ਜਿਹੜੇ ਨਜ਼ਦੀਕੀ ਹੈਗੇ ਨੇ, ਉਹ 2 ਨੰਬਰ ਦਾ ਕੰਮ ਕਰ ਰਹੇ ਨੇ। ਸਰਕਾਰ 2 ਨੰਬਰ ਦੇ ਕੰਮ ਕਰ ਰਹੀ ਹੈ ਜੀ ਹਰ ਪਾਸੇ। ਨਹੀਂ, ਵੇਖੋ, ਸਰਕਾਰ ਦਾ ਕੰਮ ਹੁੰਦਾ ਡਿਵੈਲਪਮੈਂਟ ਕਰਾਉਣੀ, ਲੋਕਾਂ ਦੀਆਂ ਦੁੱਖ ਤਕਲੀਫਾਂ, ਨੌਕਰੀਆਂ, ਹੋਰ ਜੋ ਮਸਲੇ ਨੇ। ਇਸ ਵੇਲੇ ਜਿਹੜਾ ਸਾਰਾ ਹਰ ਇਹ ਆ ਗਿਆ, ਪਤਾ ਨਹੀਂ ਕਿਉਂ ਇਹ ਪਹਿਲੀ ਵਾਰ ਹੋਇਆ ਸਰਕਾਰ ਦੇ ਵਿੱਚ। ਅੱਗੇ ਨਹੀਂ ਕਦੇ, ਵੇਖੋ ਸਰਕਾਰਾਂ ਤਾਂ ਕਾਂਗਰਸ ਦੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ, ਮੈਂ ਕਹਾਂ, ਪਰ ਐਤਕੀ ਜਿਵੇਂ ਲੁੱਟ ਦਾ ਰਾਜ ਹੋਇਆ, ਜਿਵੇਂ ਹਰ ਥਾਂ 'ਤੇ ਜਿਹਦਾ ਦਾ ਲੱਗਦਾ, ਚਾਹੇ ਕੋਈ ਛੋਟਾ ਹੈ ਉਹ ਉੱਥੇ ਲੱਗਿਆ ਪਿਆ, ਜੇ ਕੋਈ ਵੱਡਾ ਤਾਂ ਉੱਥੇ ਲੱਗਿਆ ਪਿਆ, MLA ਉਹ ਲੱਗਿਆ ਪਿਆ, ਚਾਹੇ ਰੇਤਾ ਬਜਰੀ ਵੇਚੀ ਜਾਂਦਾ, ਚਾਹੇ ਸ਼ਰਾਬ ਵਿਕਾਈ ਜਾਂਦਾ, ਚਾਹੇ ਨਸ਼ੇ ਵਿਕਾਈ ਜਾਂਦਾ, ਅਤੇ ਜੇ ਕੋਈ MLA ਹੈ ਤਾਂ ਉਹ ਲੁੱਟ 'ਤੇ ਲੱਗਿਆ ਪਿਆ, ਜੇ ਵਜ਼ੀਰ ਹੈ ਤਾਂ ਉਹ ਲੱਗਿਆ ਪਿਆ। ਜਾਣੀ ਇੱਕ ਕਿਸਮ ਦੀ ਆਪਾ ਧਾਪੀ ਪਈ ਹੋਈ ਹੈ ਵੀ ਪਤਾ ਨਹੀਂ ਮੁੜ ਕੇ ਆਉਣਾ ਰਾਜ ਨਹੀਂ ਆਉਣਾ, ਵੀ ਜੋ ਲੁੱਟੀ ਦਾ ਲੁੱਟ ਲਗਿਆ। ਇਸ ਵੇਲੇ ਸਥਿਤੀ ਇਸ ਲਈ ਹੈਗੀ। ਵਜ਼ੀਰ ਕਿਹੜੇ ਲੁੱਟ ਰਹੇ ਜੀ? ਮੈਂ ਤਾਂ ਨਾਂ ਨੂੰ ਤਾਂ ਕਾਹਨੂੰ ਕਿਸੇ ਦਾ ਕਹਣਾ, ਮੈਂ ਸਾਡੇ ਨਾਲੋਂ ਬਾਅਦ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ। ਮੈਨੂੰ ਤਾਂ ਲੱਗਦਾ ਵੀ ਇੱਕ ਅੱਧੇ ਨੂੰ ਛੱਡ ਕੇ ਕਿਸੇ ਨੂੰ ਕੋਈ ਬਚੇ ਹੀ ਨਹੀਂ ਲੱਗਦਾ। ਮੈਨੂੰ ਤਾਂ ਲੱਗਦਾ ਵੀ ਕਿਉਂਕਿ ਸਾਰਿਆਂ 'ਤੇ ਹੀ ਕਦੇ ਕਿਸੇ ਤੇ ਕੋਈ ਨਾ ਕੋਈ ਸਕੈਂਡਲ ਖੜਾ ਹੋ ਗਿਆ ਜਾਂ ਉਂਗਲ ਉੱਠੀ, ਘੱਟ ਹੀ ਮੈਨੂੰ ਤਾਂ ਲੱਗਦਾ ਬਚੇ ਵੀ ਆ। ਘੱਟ ਵੱਧ ਹੋ ਸਕਦਾ, ਪਰ ਲੱਗੇ ਤਾਂ ਸਾਰੇ ਪਏ। ਪਰ ਸਰਕਾਰ ਦੇ ਬਹੁਤੇ ਨੁਮਾਇੰਦੇ ਕਹਿੰਦੇ ਹੈਗੇ ਕਿ ਸਾਡੇ ਵੱਲ ਤਾਂ ਸਭ ਕੁਝ ਠੀਕ ਹੈ। ਆਮ ਆਦਮੀ ਪਾਰਟੀ ਕਹਿੰਦੇ ਕਿ ਠੀਕ ਨਹੀਂ ਹੈਗਾ। ਅਕਾਲੀ ਦਲ ਕੋਲੋਂ ਇਹਨਾਂ ਨੇ ਸਿੱਖ ਲਿਆ, ਕਾਂਗਰਸ ਪਾਰਟੀ ਨੇ, ਕਾਂਗਰਸ ਸਰਕਾਰ ਨੇ, ਉਹਨਾਂ ਦੀ ਦੇਣ ਹੈ ਜਿਸ 'ਤੇ ਹੁਣ ਕਾਂਗਰਸੀ ਮੋਹਰ ਲਾ ਰਹੇ ਨੇ। ਵੇਖੋ, ਅਕਾਲੀ ਦਲ ਨੇ ਡਿਵੈਲਪਮੈਂਟ ਬਹੁਤ ਕਰਾਈ। ਜਿਵੇਂ ਹੁਣ ਕੱਲ੍ਹ ਪਰਸੋਂ ਚਰਚਾ ਹੋ ਰਹੀ ਸੀ ਤੁਹਾਡੀ TV ਦੇ ਉੱਤੇ ਹੀ ਕਿ ਜੀ ਕਰਜ਼ਾ ਬਹੁਤ ਚੜ੍ਹ ਗਿਆ ਜੀ। ਅਕਾਲੀ ਦਲ ਨੇ ਜੇ ਕਰਜ਼ਾ ਚੜ੍ਹਿਆ ਤਾਂ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੋਈ ਹੈ ਪੰਜਾਬ ਦੇ ਵਿੱਚ। ਉਹ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ, ਨਾ ਮੀਡੀਆ ਕਰ ਸਕਦਾ, ਨਾ ਕੋਈ ਹੋਰ ਬੰਦਾ ਕਰ ਸਕਦਾ। ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ। ਪਰ ਇਹਨਾਂ ਦੀ ਬਿਨਾਂ ਡਿਵੈਲਪਮੈਂਟ ਤੋਂ ਹੀ
ਜਦੋਂ 4 ਸਾਲ ਇਹਨਾਂ ਦੇ 5 ਸਾਲ ਹੋਣਗੇ, ਜੇ ਤੁਸੀਂ ਕੈਲਕੂਲੇਟ ਕਰੋਗੇ ਜਿੰਨਾ ਕਰਜ਼ਾ 10 ਸਾਲਾਂ 'ਚ ਚੜ੍ਹਿਆ ਸੀ ਪਿਛਲੀ ਸਰਕਾਰ ਦੇ ਵਿੱਚ, ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵੇਲੇ, ਇਹਨਾਂ ਦਾ 5 ਸਾਲਾਂ 'ਚ ਉਨਾ ਕਰਜ਼ਾ ਚੜ੍ਹ ਜਾਣਾ, ਨਾਲੇ ਕੋਈ ਡਿਵੈਲਪਮੈਂਟ ਨਹੀਂ। ਉਲਟੀ ਸਗੋਂ ਡਿਵੈਲਪਮੈਂਟ ਦੇ ਨਾਂ ਦੀ ਤਾਂ ਚੀਜ਼ ਹੀ ਹੈ ਨਹੀਂ ਪੰਜਾਬ ਦੇ ਵਿੱਚ, ਕੋਈ ਚੀਜ਼ ਵੀ ਨਹੀਂ। ਸਾਰੀਆਂ ਸੜਕਾਂ ਟੁੱਟੀਆਂ ਹੋਈਆਂ, ਬਿਜਲੀ ਨਹੀਂ ਆਉਂਦੀ, ਕਈ ਘੰਟੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਲੋਕੀ ਚੀਕਾਂ ਮਾਰਦੇ। ਮੈਂ ਤਾਂ ਹੈਰਾਨ ਆ ਵੀ ਜਿਹੜੀ ਸਰਪਲਸ ਸਟੇਟ ਹੋਵੇ ਵੀ ਉੱਥੇ ਬਿਜਲੀ ਨਾ ਆਵੇ ਤੇ ਬਿਜਲੀ ਸਾਡੇ ਕੋਲੇ ਵਾਧੂ ਹੋਵੇ, ਥਰਮਲ ਅਸੀਂ ਆਪਦੇ ਬੰਦ ਕਰੀ ਜਾਈਏ, ਤੇ ਹਾਸੋਹੀਣੀਆਂ ਪੋਜੀਸ਼ਨਾਂ ਇਹ। ਸਰਕਾਰ ਤਾਂ ਕੋਈ ਲੱਗਦੀ ਨਹੀਂ ਹੈਗੀ ਵੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ। ਪਤਾ ਨਹੀਂ ਇਹ ਕੰਮ ਕਿਵੇਂ ਚੱਲੀ ਜਾਂਦਾ ਰੱਬ ਜਾਣੇ। ਤੁਸੀਂ ਕਹਿ ਰਹੇ ਕਿ ਮੰਤਰੀ ਲੁੱਟਣ ਦੇ, ਐਮਐਲਏ ਲੁੱਟਣ ਦੇ ਨੇ ਬਹੁਤ ਜ਼ਿਆਦਾ ਹੇਰਾਫੇਰੀ ਹੋਈ ਆ। ਸਰਕਾਰ ਕਹਿੰਦੀ ਜੀ ਸਾਡੇ ਇਹਨਾਂ ਸਾਢੇ 4 ਸਾਲ ਹੋਣ ਵਾਲੇ ਕੋਈ ਘਪਲਾ ਨਹੀਂ ਹੋਇਆ ਜੀ। ਵੇਖੋ ਘਪਲਾ ਫਿਰ ਇਹ ਕਾਸ ਨੂੰ ਕਹਿੰਦੇ ਆ। ਹੁਣ ਇਹ ਸਾਨੂੰ ਤਾਂ ਇਹ ਨਹੀਂ ਪਤਾ ਲੱਗਿਆ ਵੀ ਕਾਸ ਨੂੰ। ਹੁਣ ਸ਼ਰਾਬ ਦੀਆਂ ਤਾਂ ਜਾਲੀ ਫੈਕਟਰੀਆਂ ਚੱਲੀ ਜਾਂਦੀਆਂ ਨੇ, ਫੜੀਆਂ ਗਈਆਂ ਕਿੰਨੀਆਂ, ਖੰਨੇ ਫੜੀ ਗਈ, ਇੱਥੇ ਬਨੂੜ ਫੜੀ ਗਈ, ਉੱਥੇ ਕਿੰਨੇ ਥਾਈਂ ਫੜੀਆਂ ਗਈਆਂ, ਜਾਲੀ ਫੈਕਟਰੀਆਂ ਚੱਲੀ ਜਾਂਦੀਆਂ। ਸੀਮਿੰਟ ਦਾ ਰੇਤਾ ਬਜਰੀ ਦਾ ਕੇਸ ਹਾਈ ਕੋਰਟ 'ਚ ਪਹੁੰਚਿਆ ਪਿਆ। ਚਿੱਟੇ ਦੀ ਲਾਲਾ ਇੰਨੀ ਹੈ ਕਿ ਜਿੱਥੋਂ ਮਰਜ਼ੀ ਹੁਣ ਹੋਮ ਡਿਲੀਵਰੀ ਹੋਣ ਲਾਤੀ ਇਹਨਾਂ ਨੇ, ਘਰ ਘਰ ਹੀ ਹੋਈ ਜਾਂਦੀ ਹੈ। ਘਪਲਿਆਂ ਦਾ ਤਾਂ ਹੁਣ ਤੁਸੀਂ ਹੁਣੇ ਲੈ ਲਓ ਵੀ ਜੇ ਗਰੀਬ ਬੱਚਿਆਂ ਦੇ ਪੈਸੇ ਹੀ ਖਾ ਗਈ ਸਰਕਾਰ ਦੇ ਮਿਨਿਸਟਰ ਦੇ ਉੱਤੇ, ਅਸੀਂ ਨਹੀਂ ਕਹਿੰਦੇ, ਉਹਨਾਂ ਦੇ ਸੈਕਟਰੀ ਨੇ ਰਿਪੋਰਟ ਦਿੱਤੀ ਆ, ਜਿਹੜਾ ਮਿਨਿਸਟਰ ਦਾ ਸੈਕਟਰੀ ਆ ਉਹਨੇ ਰਿਪੋਰਟ ਦਿੱਤੀ ਹੈ ਕਿ ਇੰਨੇ ਘਪਲਾ ਹੋ ਗਿਆ ਜੀ, ਇੰਨੇ 64 ਕਰੋੜ ਦਾ। ਜੇ ਹੁਣ ਗਰੀਬਾਂ ਦੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ, ਬਾਕੀ ਤਾਂ ਗੱਲਾਂ ਛੱਡ ਦਿਓ ਸਾਰੀਆਂ ਘਪਲਿਆਂ ਦੀਆਂ, ਚਾਹੇ ਦਵਾਈਆਂ ਦਾ ਰੌਲਾ ਪਿਆ, ਚਾਹੇ ਹੋਰ ਸ਼ਰਾਬ ਦੀਆਂ ਫੈਕਟਰੀਆਂ 'ਚੋਂ 2 ਨੰਬਰ ਦੀ ਸ਼ਰਾਬ ਨਿਕਲਣ ਦਾ ਪਿਆ, ਟੈਕਸਾਂ ਦੇ ਰੌਲੇ ਪਏ, ਰੇਤੇ ਬਜਰੀ ਦੇ ਪਏ, ਉਹ ਤਾਂ ਛੱਡ ਦਿਓ ਸਾਰੀਆਂ ਗੱਲਾਂ, ਕਿੱਥੇ ਕੀ ਕੁਛ ਹੋਇਆ, ਕਿੰਨਾ ਕੁਛ, ਕਈ ਵਾਰੀ ਵਜ਼ੀਰਾਂ ਨੂੰ ਅਸਤੀਫੇ ਤੱਕ ਦੇਣੇ ਪਏ। ਉਹ ਸਾਡੀਆਂ ਗੱਲਾਂ ਛੱਡ ਕੇ ਹੁਣ ਤਾਂ ਜੇ ਗਰੀਬਾਂ ਦੇ ਵਿਦਿਆਰਥੀਆਂ ਦਾ ਵਜ਼ੀਫਾ ਹੀ ਖਾ ਗਈ ਸਰਕਾਰ, ਇਦੋਂ ਵੱਡੀ ਗੱਲ ਹੋਰ ਕੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਅਸੀਂ ਇਸ ਜਿਹੜੇ ਘਪਲੇ ਦੀ, ਜਿਹੜੀ ਗਰੀਬਾਂ ਦੇ ਬੱਚਿਆਂ ਦਾ ਪੈਸਾ ਦੇ ਸਕੈਮ ਦੀ ਗੱਲ ਉੱਠ ਰਹੀ, ਘਪਲੇ ਦੀ ਉੱਠ ਰਹੀ ਹੈ। ਉਹ ਕਹਿ ਰਹੇ ਕਿ ਅਕਾਲੀ ਦਲ ਰਲ ਕੇ ਫੈਡਰਲ ਢਾਂਚੇ ਨੂੰ ਖਤਰਾ ਪਾ ਰਹੇ ਨੇ, ਜਿਹੜੇ ਜਾ ਕੇ ਮਿਲ ਕੇ ਆਉਂਦੇ ਕਿ ਸੈਂਟਰ ਇਸ ਮਸਲੇ ਦੀ ਜਾਂਚ ਕਰੇ, ਤੇ ਉਹਨਾਂ ਜਾਂਚ ਸ਼ੁਰੂ ਵੀ ਕਰ ਦਿੱਤੀ। ਨਹੀਂ, ਜੇ ਲੋਕਾਂ ਨੂੰ ਭਰੋਸਾ ਹੋਵੇ ਕਿ ਇੱਥੇ ਜਾਂਚ ਸਹੀ ਹੋਏਗੀ ਤੇ ਫਿਰ ਕੀ ਲੋੜ ਆ ਦਿੱਲੀ ਕਿਸੇ ਨੂੰ ਜਾਣ ਦੀ। ਜੇ ਭਰੋਸਾ ਨਹੀਂ ਹੈਗਾ, ਕਿਉਂਕਿ ਪਿਛਲਾ ਜਿਹੜਾ 4 ਸਾਲ ਦਾ ਰਿਕਾਰਡ ਹੈ ਉਹਦੇ ਤਾਂ ਸਾਰਾ ਕਿਤੇ ਕੋਈ ਜਾਂਚ ਤਾਂ ਹੋਈ ਹੀ ਨਹੀਂ ਕਿਸੇ ਕੰਮ ਦੀ। ਇੰਨੇ ਰੌਲੇ ਪਏ ਆ, ਜਾਂਚ ਤਾਂ ਕਦੇ ਵੀ ਕਿਸੇ ਦੀ ਨਹੀਂ ਹੋਈ। ਇੱਥੇ ਵਿੱਚੇ ਠੱਪ ਕੀਤਾ ਜਾਂਦਾ ਸਾਰਾ ਕੰਮ। ਤੇ ਜੇ ਦਿੱਲੀ ਵਾਲਿਆਂ ਨੇ ਪੈਸਾ ਦਿੱਤਾ ਤਾਂ ਉਹਨਾਂ ਦੀ ਡਿਊਟੀ ਵੀ ਬਣਦੀ ਹੈ ਵੀ ਸਾਡਾ ਪੈਸਾ ਠੀਕ ਥਾਂ ਤੇ ਲੱਗੇ, ਉਹ ਪੜਤਾਲ ਕਰਾ ਸਕਦੇ ਨੇ, ਕਿਉਂ ਨਹੀਂ ਕਰਾ ਸਕਦੇ। ਇਹਦੇ 'ਚ ਕੀ ਗੜਬੜ ਹੋ ਗਈ ਜੀ, ਇਹਦੇ 'ਚ ਮੁੱਢਲੇ ਢਾਂਚੇ ਦੀ ਕੀ ਆ। ਜੇ ਇਹ ਸੱਚੇ ਹੈ ਤੇ ਨਹੀਂ ਨਿਕਲੂਗਾ ਕੁਛ, ਫਿਰ ਕੀ ਫਰਕ ਪੈਂਦਾ। ਪਰ ਇਹ ਗੱਲਾਂ ਵੇਖੋ ਕਹਿਣ ਦੀਆਂ ਨੇ, ਥਾਪੜਾ ਦੇ ਕੇ ਵਿੱਚੇ ਠੱਪ। ਮੈਂ ਮੁੱਖ ਮੰਤਰੀ ਜੀ ਦੀ ਇੱਕ ਦਿਨ ਸੁਣ ਰਿਹਾ ਸੀ ਪਰਸੋਂ ਚੌਥੇ, ਬਾਜਵਾ ਸਾਹਿਬ ਨੂੰ ਨਸੀਹਤ ਦੇ ਰਹੇ ਸੀ ਮੁੱਖ ਮੰਤਰੀ ਜੀ, ਕਹਿੰਦੇ ਯਾਰ ਤੇਰੇ ਵੇਲੇ ਵੀ ਲੋਕ ਘਪਲਾ ਹੋਇਆ ਸੀ, ਮੈਂ ਉਦੋਂ ਵੀ ਠੱਪ ਕਰਤਾ ਸੀ। ਤੇ ਜੇ ਮੁੱਖ ਮੰਤਰੀ ਇਹ ਕਹੇ ਕਿ ਮੈਂ ਤੇਰੇ ਵੇਲੇ ਵੀ ਠੱਪ ਕਰਤਾ ਸੀ ਤੇ ਮੈਂ ਹੁਣ ਵੀ ਠੱਪ ਹੀ ਕਰੂੰਗਾ, ਤੇ ਫਿਰ ਇਨਸਾਫ ਕਿੱਥੋਂ ਮਿਲੂਗਾ। ਸੋ ਲੱਗਦਾ ਜਿਹੜੇ ਸੈਂਟਰ ਤੋਂ ਅਕਾਲੀ ਦਲ ਮਿਲ ਕੇ ਆਏ ਨੇ ਉਹਦੇ ਨਾਲ ਗਰੀਬਾਂ ਨੂੰ ਇਨਸਾਫ ਮਿਲੂਗਾ ਜੀ। ਵੇਖੋ ਗਰੀਬਾਂ ਦੇ ਬੱਚਿਆਂ ਦਾ ਨੁਕਸਾਨ ਤਾਂ ਹੋ ਗਿਆ ਬਹੁਤ, ਕਿਉਂਕਿ ਵਜ਼ੀਫਾ ਨਾ ਜਾਣ ਕਰਕੇ ਬਹੁਤ ਬੱਚੇ ਦਾਖਲਾ ਮੈਨਿਓ ਰਹਿ ਗਏ। ਬਹੁਤੇ ਬੱਚੇ ਫਿਰ ਕਾਲਜਾਂ ਯੂਨੀਵਰਸਿਟੀਆਂ ਨੇ ਦਾਖਲ ਹੀ ਨਹੀਂ ਕੀਤੇ ਵੀ ਜੇ ਵਜ਼ੀਫਾ, ਸਾਡੇ ਕੋਲ ਤਾਂ 2-2 3-3 ਸਾਲ ਹੋ ਗਏ ਵਜ਼ੀਫਾ ਹੀ ਨਹੀਂ ਮਿਲਦਾ। ਅੱਜ ਸਾਰੀਆਂ ਫਿਗਰਾਂ ਫੇਰ ਆਈਆਂ ਕਿ ਇੰਨੇ ਪੈਸੇ ਹਲੇ ਵੀ ਸਰਕਾਰ ਕੋਲੇ ਪਏ ਆ, ਤੇ ਜੇ ਉਹਦਾ ਨੁਕਸਾਨ ਤਾਂ ਬਹੁਤ ਵੱਡਾ ਹੋ ਗਿਆ। ਨਿਕਲੇਗਾ ਕੌਣ, ਫਸੇਗਾ ਕੌਣ ਨਹੀਂ, ਕਿਵੇਂ ਹੋਏਗਾ, ਇਹ ਤਾਂ ਹੁਣ ਆਉਣ ਵਾਲੀ ਜਿਹੜੀਆਂ ਰਿਪੋਰਟਾਂ ਨੇ, ਦਿੱਲੀ ਦੀ ਗਵਰਨਮੈਂਟ ਪੜਤਾਲ ਕਰ ਰਹੀ ਹੈ, ਇੱਥੋਂ ਦੇ ਚੀਫ ਸੈਕਟਰੀ ਸਾਹਿਬ ਦੀ ਵੀ ਡਿਊਟੀ ਲੱਗੀ ਹੈ, ਉਹ ਪੜਤਾਲ ਕਰਕੇ ਕੀ ਕੱਢਦੇ ਨੇ, ਇਹ ਗੱਲ ਤਾਂ ਫਿਰ ਉਹ ਤੋਂ ਬਾਅਦ ਹੀ ਦੱਸੀ ਜਾਏਗੀ ਕਿ ਕਿੱਥੇ ਜਾਏਗੀ ਉਹ ਗੱਲ। ਪਰ ਲੋਕ ਇਹ ਮਹਿਸੂਸ ਕਰਦੇ ਨੇ ਕਿ ਜੇ ਕਾਂਗਰਸ ਨੂੰ ਲੋਕ ਗਾਲਾਂ ਕੱਢ ਰਹੇ ਹੈਗੇ ਨੇ ਤੇ ਭਲਾ ਹਜੇ ਅਕਾਲੀਆਂ ਦਾ ਵੀ ਨਹੀਂ, ਅਕਾਲੀਆਂ ਨੂੰ ਵੀ ਨਹੀਂ ਹਜੇ ਕੋਈ ਸਲਾਉਂਦਾ ਹੈਗਾ ਜੀ। ਨਹੀਂ, ਅਕਾਲੀਆਂ ਦਾ ਸਲਾਉਣ ਦੀਆਂ ਗੱਲਾਂ ਨਾ ਕਈ ਐਸੀਆਂ ਹੁੰਦੀਆਂ ਨੇ। ਵੇਖੋ ਅਕਾਲੀਆਂ ਨੂੰ ਲੋਕ ਹੁਣ ਆਮ ਪਿੰਡਾਂ 'ਚ ਕਹਿਣ ਲੱਗ ਗਏ, ਜਗਤਾਰ ਸਿੰਘ ਜੀ, ਕਿ ਜਦੋਂ ਗੱਲ ਚੱਲਦੀ ਹੈ ਯਾਰ ਇਦੋਂ ਤਾਂ ਅਕਾਲੀ ਚੰਗੇ ਸੀ, ਜਦੋਂ ਇਹਦਾ ਮਤਲਬ ਜੇ ਹੋ ਜੇ ਕਿ ਬਹੁਤ ਮਾੜੇ ਨੇ, ਅਕਾਲੀ ਇਦੋਂ ਚੰਗੇ ਸੀ। ਜਦੋਂ ਫਿਰ ਚੰਗੇ ਕਹਿਣ ਲੱਗ ਜਾਣ ਲੋਕ, ਤੇ ਫਿਰ ਉਹਦਾ ਮਤਲਬ ਹੋਰ ਕਿੱਥੇ ਜਾਣਾ। ਹੋਰ 3 ਹੀ ਪਾਰਟੀਆਂ ਨੇ ਨਾ ਇਸ ਵੇਲੇ ਪੰਜਾਬ ਦੇ ਵਿੱਚ, ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦਾ 2014 ਤੇ 17 'ਚ ਭਾਰ ਕਾਫੀ ਸੀਗਾ, ਉਦੋਂ ਲੋਕਾਂ ਨੂੰ ਬੜੀ ਸੀ ਚਰਚਾ ਸੀ, ਸ਼ਾਇਦ ਇਹਨਾਂ ਦੀ ਕੋਈ ਸਰਕਾਰ ਵੀ ਬਣ ਸਕਦੀ, ਜੇ ਗਲਤੀਆਂ ਨਾ ਕਰਦੇ ਸ਼ਾਇਦ ਬਣ ਵੀ ਜਾਂਦੀ, ਕੋਈ ਵੱਡੀ ਗੱਲ ਨਹੀਂ। ਪਰ ਉਹ ਤਾਂ ਹੁਣ ਹਾਲਾਤ ਲੰਘ। ਪਰ ਜੇ ਤੁਸੀਂ ਉਹਨਾਂ ਨੂੰ ਕੈਲਕੂਲੇਟਾਂ ਨੂੰ ਕਰੋਗੇ ਫਿਰ ਪਤਾ ਲੱਗਦਾ ਹੁੰਦਾ ਕਿ ਚਲੋ ਆਪਾਂ ਜੇ ਹੁਣ ਮੋਟਾ ਜਿਹਾ ਲੈ ਲਈਏ ਪੋਲੀਟੀਕਲ ਤੌਰ 'ਤੇ, 2017 'ਚ ਸਭ ਤੋਂ ਮਾੜੀ ਪੋਜੀਸ਼ਨ ਸੀ ਅਕਾਲੀ ਦਲ ਬੀਜੇਪੀ ਦੀ, ਸਭ ਤੋਂ ਮਾੜੀ। ਇਹ ਤਾਂ ਮੰਨਦੇ ਨਾ ਆਪਾਂ ਸਾਰੇ। ਉਸ ਵੇਲੇ ਜਿਹੜੀ ਸਾਨੂੰ ਵੋਟ ਪਈ ਸੀ 31% ਕੁਛ ਪਈ ਸੀ। ਉਹਦੇ 'ਚ ਇਹ ਵੀ ਲੱਗੀਆਂ ਕੁਛ ਗੱਲਾਂ ਆਈਆਂ ਕਿ ਜੀ ਬੀਜੇਪੀ ਵਾਲਿਆਂ ਨੂੰ ਅੰਦਰ ਖਾਤੇ ਹੁਕਮ ਆ ਗਿਆ, ਪਤਾ ਨਹੀਂ ਸੱਚ ਹੈ ਪਤਾ ਨਹੀਂ ਝੂਠ ਹੈ, ਕਿ ਉਹ ਕਾਂਗਰਸ ਨੂੰ ਵੋਟਾਂ ਪਾ ਦਿਓ, ਆਪ ਨਹੀਂ ਜਿੱਤਣੀ ਚਾਹੀਦੀ। ਇਹ ਮੈਂ ਨਹੀਂ ਕਹਿੰਦਾ ਸੱਚ ਹੈ, ਪਰ ਇਹ ਗੱਲ ਚੱਲੀ ਸੀ। ਉਹਦੇ 'ਚ ਵੀ ਜੇ ਗਿਣ ਲਈਏ 2-4% ਬੀਜੇਪੀ ਦੀ ਵੀ ਗਿਣ ਲਈਏ, ਉਹ ਵੀ ਉਧਰ ਗਈ। ਪਰ ਚਲੋ 31% ਕੁਛ ਤਾਂ ਸਾਨੂੰ ਪਈ ਸੀ ਨਾ, ਇੰਨੀ ਤਾਂ ਪੱਕੀ ਹੈ। 24% ਕਾਂਗਰਸ ਨੂੰ, ਇਹਨੂੰ ਆਪ ਵਾਲਿਆਂ ਨੂੰ ਪਈ ਸੀ, ਤੇ 37-38 ਦੇ ਲਗਭਗ ਕਾਂਗਰਸ ਨੂੰ ਪਈ ਸੀ। ਇਹ 2017 ਦੀ ਰਿਪੋਰਟ ਹੈ ਸਾਡੀ, ਸਭ ਤੋਂ ਜਦੋਂ ਕਿ ਮਾੜੀ ਪੋਜੀਸ਼ਨ ਸੀ। ਫਿਰ ਆ ਗਈ ਇਲੈਕਸ਼ਨ 2019 ਦੀ ਪਾਰਲੀਮੈਂਟ ਦੀ, ਸੀਟਾਂ ਸਾਨੂੰ 4 ਆਈਆਂ, ਪਹਿਲਾਂ ਸਾਨੂੰ 18 ਆਈਆਂ ਸੀ
ਆਪ ਵਾਲਿਆਂ ਨੂੰ 20 ਆਈਆਂ ਸੀ, ਉਹਨਾਂ ਨੂੰ 77 ਆਈਆਂ ਸੀ, 2 ਬੈਂਸਾਂ ਨੂੰ ਆਈਆਂ ਸੀ। ਫਿਰ 19 ਆ ਗਈ, 19 ਦੇ ਵਿੱਚ ਸਾਨੂੰ 4 ਆਈਆਂ, ਕਾਂਗਰਸ ਨੂੰ 8 ਆਈਆਂ, ਆਪ ਵਾਲਿਆਂ ਨੂੰ 1 ਆਈ। ਵੋਟ ਪਰਸੈਂਟੇਜ ਸੀਗੀ ਜਿਹੜੀ ਆਪ ਵਾਲਿਆਂ ਦੀ 24 ਤੋਂ ਘਟ ਕੇ 8 ਰਹੇਗੀ, ਸਾਡੀ ਜਿਹੜੀ 31 ਤੋਂ ਵੱਧ ਕੇ 37 ਹੋ ਗਈ, 38 ਹੋ ਗਈ, 38 ਹੋ ਗਈ। ਕਾਂਗਰਸ ਦੀ 38 ਤੋਂ ਵੱਧ ਕੇ 40 ਹੋ ਗਈ, 2% ਉਹਨਾਂ ਦੀ ਵੱਧ ਗਈ, ਉਹਨਾਂ ਨੂੰ ਸੀਟਾਂ 8 ਆਈਆਂ। ਸਾਡੀ ਇਕੱਠੀ 7% ਵਧੀ, ਸਾਡੀ ਉੱਪਰ ਨੂੰ ਗਈ। ਤੇ 19 ਦੀ ਹਾਲਤ ਹੈਗੀ। ਤੇ ਇਹਨਾਂ ਦੀ ਆਪ ਵਾਲਿਆਂ ਦੀ ਆ ਗਈ 8 ਤੇ 8 ਵੀ ਤਾਂ ਆ ਗਈ ਕਿ ਸੰਗਰੂਰ ਚੋਂ ਵੋਟ ਪੈ ਗਈ ਇਕੱਲੀ। ਜੇ ਸੰਗਰੂਰ ਨਾ ਹੁੰਦੀ ਮੈਨੂੰ ਲੱਗਦਾ ਇਹਨਾਂ ਦੀ 2-3 ਤੇ ਹੀ ਆ ਜਾਂਦੀ। ਇੱਥੋਂ ਹੀ ਲੱਗ ਗਿਆ ਕਿ ਆਪ ਤਾਂ ਆਊਟ ਹੈ, ਕੋਈ ਰੌਲਾ ਨਹੀਂ ਹੈਗਾ ਆਪ ਵਾਲਿਆਂ ਦਾ। ਫਿਰ ਲੜਾਈ ਰਹੇਗੀ ਕਾਂਗਰਸ ਤੇ ਅਕਾਲੀ ਦਲ ਦੀ। ਕਾਂਗਰਸ ਨੂੰ ਲੋਕ ਚਾਹੁੰਦੇ ਨਹੀਂ ਹੈਗੇ, ਸਾਰੇ ਗਾਲਾਂ ਕੱਢਦੇ। ਕਿਤੇ ਗੱਲ ਕਰ ਲਓ, ਮੁਲਾਜ਼ਮ ਹੈ, ਮਜ਼ਦੂਰ ਹੈ, ਕਿਸਾਨ ਹੈ, ਕਿਤੇ ਵੀ ਗੱਲ ਕਰ ਲਓ, ਹਰ ਥਾਂ ਤੇ ਕਾਂਗਰਸ ਦੀ ਤਾਂ ਕੋਈ ਹੱਕ 'ਚ। ਇੱਥੋਂ ਤੁਸੀਂ ਟੈਲੀਫੋਨ ਲਾ ਕੇ ਗੱਲ ਕਰੀ ਜਾਓ, ਜਿਹਦੇ ਨਾਲ ਮਰਜ਼ੀ ਊਂ ਹੀ ਲਾ ਲਓ, ਉਹ ਕਿਹੜੀਆਂ ਨਾ ਕਦੇ ਵੀ ਨਹੀਂ ਗਿਆ ਕਾਂਗਰਸ ਨੂੰ, ਤਾਂ ਹੁਣ ਸੋਚ ਵੀ ਨਹੀਂ ਸਕਦੇ ਵੋਟ ਪਾਉਣ। ਤੇ ਫਿਰ ਵੋਟ ਹੋਰ ਅਕਾਲੀ ਦਲ ਹੀ ਰਹਿ ਗਿਆ, ਹੋਰ ਕਿਤੇ। ਅਕਾਲੀ ਦਲ ਦੀ ਜਿਹੜੀ ਵੋਟ ਵੀ 19 ਤੋਂ ਬਾਅਦ ਤਾਂ ਕਿੰਨੀਆਂ ਹੀ ਹੋਰ ਤਬਦੀਲੀਆਂ ਆ ਗਈਆਂ, 19 ਤੋਂ ਬਾਅਦ ਤਾਂ ਕਿੰਨਾ ਹੀ ਹੋਰ ਕੁਝ ਹੋ ਗਿਆ, ਕਿੰਨਾ ਹੀ ਪਾਣੀ ਪੁਣਾ ਹੇਠ ਦੀ ਵਗ ਗਿਆ। ਤੇ ਇਹਦੇ 'ਚ ਕੋਈ ਸ਼ੰਕਾ ਹੀ ਨਹੀਂ ਹੈਗਾ ਕਿ ਸਰਕਾਰ ਤੁਸੀਂ ਕਹਿ ਰਹੇ ਨੇ ਕਿ ਕਾਲੀ ਬੀਜੇਪੀ ਸਰਕਾਰ ਕੋਈ ਬੀਜੇਪੀ ਵਾਲੇ ਤੇ ਨਹੀਂ ਕਹਿੰਦੇ ਹੈਗੇ, ਉਹਨਾਂ ਤੇ ਢੀਂਡਸਾ ਸਾਹਿਬ ਵਾਲਾ ਵੀ ਤੇ ਅਕਾਲੀ ਦਲ ਆ ਹੀ ਗਿਆ ਜੀ ਵਿੱਚ। ਨਹੀਂ, ਢੀਂਡਸੇ ਦੇ ਅਕਾਲੀ ਦਲ ਦਾ ਤਾਂ ਹਲੇ ਜਦੋਂ ਕੋਈ ਰਿਜ਼ਲਟ ਆਣਾ ਵੇਖੀ ਜਾਓ। ਟਕਸਾਲੀਆਂ ਨੇ ਤਾਂ ਚੋਣ ਲੜ ਕੇ ਵੇਖ ਹੀ ਲਈ, 1 ਸੀਟ ਲੜੀ ਸੀਗੀ ਅਨੰਦਪੁਰ ਸਾਹਿਬ ਵਾਲੀ, ਤੇ ਵੋਟਾਂ ਪਈਆਂ ਸੀ 9000 ਸਾਰੀ ਪਾਰਲੀਮੈਂਟ 'ਚ, 1000 ਇੱਕ ਹਲਕੇ ਦੇ ਵਿੱਚ। ਉਹ ਨਹੀਂ ਹੈਗਾ, ਉਹਦਾ ਕੋਈ ਨਹੀਂ। ਇਹ ਤਾਂ ਇਹੋ ਜਿਹਾ ਤਾਂ ਸਮਾਂ ਹਰ ਵੇਲੇ ਚੱਲਦਾ ਹੀ ਰਹਿੰਦਾ। ਸਰਕਾਰਾਂ ਕਰਦੀਆਂ ਰਹਿੰਦੀਆਂ, ਬੰਦੇ ਤੋੜ ਕੇ ਪਾਰਟੀ ਦੇ ਵਿੱਚੋਂ ਖੜੇ ਕਰਕੇ ਉਹਨਾਂ ਨੂੰ ਚੱਲਦਾ ਰਹਿੰਦਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲੋਕੀ ਸਭ ਜਾਣਦੇ ਨੇ ਕਿਹਨੂੰ ਵੋਟਾਂ ਪਾਉਣੀਆਂ, ਕਿਹਨੂੰ। ਇਹੋ ਜਿਹਿਆਂ ਨੂੰ ਵੋਟਾਂ ਨਾ ਅੱਜ ਤਾਈਂ ਕਦੇ ਪੰਜਾਬ ਦੇ 73 ਸਾਲਾਂ ਦੇ ਇਤਿਹਾਸ 'ਚ ਕਦੇ ਪਾਈਆਂ ਨਹੀਂ ਲੋਕਾਂ ਨੇ, ਨਾ ਗਾਹ ਨੂੰ ਪਾਉਣ। ਇਹ ਚੱਲਦਾ ਰਹਿੰਦਾ, ਵੋਟਾਂ ਤੇ ਚੱਲੂਗਾ ਇਹ ਦੁਕਾਨਦਾਰੀ। ਉਸ ਤੋਂ ਬਾਅਦ ਫਿਰ ਇਹ ਬੰਦ ਹੋ ਜੂਗੀ ਦੁਕਾਨਦਾਰੀ। ਕੋਈ ਸਾਡੇ ਚਲੇ ਜਾਣਗੇ, ਕੋਈ ਕਾਂਗਰਸ ਚਲੇ ਜਾਣਗੇ, ਕੁਛ ਹੋਰ ਆ ਜਾਣਗੇ। ਤੁਸੀਂ ਇੱਕ ਗੱਲ ਹੈ ਕਿ ਨਵੀਂ ਵੇਖੋਗੇ ਜਦੋਂ ਜਿਉਂ-ਜਿਉਂ ਇਲੈਕਸ਼ਨ ਨੇੜੇ ਆਏਗੀ, ਕਾਂਗਰਸ ਪਾਰਟੀ ਤੇ ਆਪ 'ਚੋਂ ਟੁੱਟ ਭੱਜ ਬਹੁਤ ਹੋਊ। ਬਹੁਤ ਬੰਦੇ ਭੱਜਣਗੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ। ਕਿੱਧਰ ਜਾਣਗੇ? ਤੁਹਾਡੇ ਕੋਲ ਜਾਣਗੇ? ਤੁਹਾਡੇ ਕੋਲ ਤੇ ਆਪਣੇ ਬੰਦੇ ਬਥੇਰੇ। ਸਾਡੇ ਨਾਲ ਵੀ ਅਪਰੋਚ ਆ ਰਹੀ ਆ, ਸਾਡੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਬੰਦਿਆਂ ਦੀ। ਪਰ ਉਹੀ ਤੁਹਾਡੇ ਵਾਲੀ ਗੱਲ ਫੇਰ ਹੈ ਵੀ ਗਾਂ ਥਾਂ ਹੈ ਨਹੀਂ, ਟਿਕਟਾਂ ਕਿੱਥੇ ਦੇਈਏ। ਸਾਡੇ ਕੋਲ ਤੇ ਆਪਦੇ ਬੰਦੇ ਪੂਰੇ ਨੇ, ਵਾਧੂ ਨੇ। ਇਸ ਕਰਕੇ ਬੜੀਆਂ ਹੀ ਤਬਦੀਲੀਆਂ ਜਿਹੜੀਆਂ ਆਉਣਗੀਆਂ। ਲੋਕੀ ਚੁੱਪ ਕਰਕੇ ਬੈਠੇ ਰਹਿੰਦੇ ਨੇ, ਕਿਉਂਕਿ ਸਰਕਾਰ ਦਾ ਹਲੇ 1.25 ਸਾਲ ਪਿਆ। 6 ਮਹੀਨੇ ਹੋਰ ਲੰਘਣ ਦੇ, ਤੁਸੀਂ ਵੇਖੋਗੇ ਕਿ ਕੀ ਹਾਲਤ ਹੋਣੀ। ਬੀਜੇਪੀ ਵੀ ਚੁੱਪ ਕਰਕੇ ਬੈਠੀ ਹੈਗੀ, ਉਹ ਵੀ 6 ਮਹੀਨੇ ਬਾਅਦ ਆਪਣੇ ਪੱਤੇ ਖੋਲ ਦੇਗੀ ਕਿ ਅਸੀਂ ਯਾਰ ਕੀ 23 ਤੇ ਲੜਨਾ ਜਾਂ 58 ਤੇ ਲੜਨਾ। ਚਲੋ ਉਹ ਤਾਂ ਸਾਡੇ ਮਸਲੇ ਨੇ, ਬਹਿ ਕੇ ਕਰ ਲਾਂਗੇ ਸੂਤ, ਕੋਈ ਨਹੀਂ। ਜਦੋਂ ਲੜਨ ਦਾ ਵੇਲਾ ਆਊਗਾ ਵੇਖ ਲਾਂਗੇ, ਕੋਈ ਫਰਕ ਨਹੀਂ ਪੈਂਦਾ। ਹਲੇ ਤੱਕ ਸਾਡਾ ਠੀਕ ਠਾਕ ਚੱਲਦਾ ਕੰਮ। ਪਰ ਇਸ ਵੇਲੇ ਜਿਹੜੀ ਸਥਿਤੀ ਆ ਉਹ ਵੇਖੋ, ਖਾਸ ਕਰਕੇ ਜਿਹੜਾ ਮਾਝੇ ਸਥਿਤੀ ਇਸ ਵੇਲੇ ਅਕਾਲੀ ਦਲ ਦੀ ਬਹੁਤ ਮਜ਼ਬੂਤ ਹੋ ਗਈ ਹੈ। ਫਿਰ ਦੁਆਬੇ ਦੇ ਵਿੱਚ ਵੀ ਅਸੀਂ ਇਸ ਵੇਲੇ ਬਹੁਤ ਮਜ਼ਬੂਤ ਹੋ ਗਏ ਹਾਂ। ਮਾਲਵੇ 'ਚ ਰੌਲਾ ਆਪ ਦਾ ਹੀ ਸੀਗਾ। ਆਪ ਵਾਲਿਆਂ ਦੀ ਪੋਜੀਸ਼ਨ ਇਸ ਵੇਲੇ ਇੰਨੀ, ਜਿਹੜੇ ਜਿੱਤੇ ਹੋਏ ਆ, ਮੈਨੂੰ ਲੱਗਦਾ ਇਹਨਾਂ 'ਚੋਂ 1-2 ਨੂੰ ਛੱਡ ਕੇ ਸ਼ਾਇਦ ਜਵਾਨਤਾ ਹੀ ਨਾ ਬਚਾ ਸਕਣ ਆਪਦੀਆਂ। ਪਤਾ ਆਮ ਲੱਗਦਾ ਹੁੰਦਾ। ਇੱਕ ਮੈਂ ਤੁਹਾਨੂੰ ਦੱਸਦਾ, ਮੋਟੀ ਜੀ 2 ਗੱਲਾਂ ਦੱਸ ਦਿੰਦਾ। ਮੈਂ ਇੱਕ ਦਿਨ ਤਰਨਤਾਰਨ ਗਿਆ ਸੀਗਾ, ਸਾਡੀ ਜ਼ਿਲ੍ਹੇ ਦੀ ਕਬੱਡੀ ਦੀ ਚੋਣ ਸੀ। ਉੱਥੇ ਕਬੱਡੀ ਦੇ ਵਿੱਚ ਅਸੀਂ ਕੋਈ ਉੱਥੇ ਅਕਾਲੀ ਦਲ ਵਾਲੀ ਗੱਲ ਨਹੀਂ ਕਰਦੇ ਹੁੰਦੇ ਕਿ ਅਕਾਲੀ ਦਲ ਦੇ ਬੰਦਿਆਂ ਦੀ ਚੋਣ ਕਰਨੀ। ਅਸੀਂ ਉੱਥੇ ਖਿਡਾਰੀ ਆਉਂਦੇ ਹੁੰਦੇ ਨੇ ਸਾਰੇ, ਚਾਹੇ ਕਾਂਗਰਸੀ ਹੋਣ, ਚਾਹੇ ਅਕਾਲੀ ਦਲ ਨਾਲ ਜੁੜੇ ਹੋਏ ਹੋਣ, ਚਾਹੇ ਆਪ ਵਾਲਿਆਂ ਨਾਲ ਹੋਣ, ਚਾਹੇ ਕੋਈ ਨਿਊਟਰਲ ਹੋਣ। ਉੱਥੇ ਕੋਈ 125-150 ਮੁੰਡਾ ਆਇਆ ਵਾ ਸੀ ਚੋਣ ਵਾਲੇ ਦਿਨ, ਜਿੱਦੇ ਅਸੀਂ ਚੋਣ ਰੱਖੀ ਸੀਗੀ। ਖਿਡਾਰੀ ਮੈਂ ਨਹੀਂ ਛੇੜੀ ਹੁੰਦੀ ਗੱਲ, ਨਾ ਮੈਂ ਛੇੜਦਾ ਹੁੰਦਾ ਉਹ, ਜਦੋਂ ਤੇ ਪੋਲੀਟੀਕਲ ਗੱਲ ਨਹੀਂ ਕਰਦੇ ਹੁੰਦੇ ਸੀ। ਪਰ ਉੱਥੇ ਆਪ ਹੀ ਗੱਲ ਚੱਲ ਪਈ। ਕਹਿੰਦੇ ਜੀ ਜੇ ਆਪਣੀ ਸਰਕਾਰ ਬਣ ਜੇ ਤੇ ਤੁਸੀਂ ਵਰਲਡ ਕੱਪ ਕਰਾਓਗੇ, ਦੁਬਾਰਾ ਫਿਰ ਸ਼ੁਰੂ ਕਰੋਗੇ ਜਿਵੇਂ ਪਹਿਲਾਂ ਕਬੱਡੀ ਦਾ ਵਰਲਡ ਕੱਪ, ਕਿਉਂਕਿ ਖਿਡਾਰੀਆਂ ਨੂੰ ਤਾਂ ਕਬੱਡੀ ਨਹੀਂ ਤਾਲੁਕ ਆਪਦਾ। ਤੇ ਮੈਂ ਕਿਹਾ ਯਾਰ ਵੀ ਪਰਮਾਤਮਾ ਮਿਹਰ ਕਰੂਗਾ ਤਾਂ ਫਿਰ ਆਪਾਂ ਕੋਈ ਨਹੀਂ, ਜੇ ਸਰਕਾਰ ਬਣ ਗਈ ਵਰਲਡ ਕੱਪ ਆਪਾਂ ਸ਼ੁਰੂ ਕੀਤਾ ਸੀ ਤੇ ਆਪਾਂ ਉਦੋਂ ਵੀ ਵਧੀਆ ਕਰਾਵਾਂਗੇ। ਉਹ ਜਾਣੀ 125-150 ਮੁੰਡੇ ਦੀ ਇੱਕੋ ਹੀ ਬੋਲੀ ਸੀ। ਉਹ ਕਹਿੰਦੀ ਜੀ 100% ਸਰਕਾਰ ਅਕਾਲੀ ਦਲ ਦੀ ਬਣੂਗੀ ਜਿਹੜੀ ਆਉਣ ਵਾਲੀ ਹੈਗੀ ਆ, ਕੋਈ ਰੌਲਾ ਹੀ ਨਹੀਂ। ਤੇ ਸਾਡੇ ਤਰਨਤਾਰਨ ਜ਼ਿਲ੍ਹੇ 'ਚ ਤਾਂ 4 ਦੀਆਂ 4 ਸੀਟਾਂ ਅਕਾਲੀ ਦਲ ਜਿੱਤੂਗਾ। ਜਦੋਂ ਇਉਂ ਬੋਲੀ ਲੋਕ ਬੋਲਦੇ ਆ ਨਾ, ਉੱਥੋਂ ਪਤਾ ਲੱਗ ਜਾਂਦਾ ਕਿ ਥੱਲੇ ਹਵਾ ਕੀ ਹੈ ਜਾਂ ਲੋਕਾਂ ਦੀ ਗੱਲ ਕੀ ਹੈ। ਉਹ ਆਪਾਂ ਭਾਵੇਂ ਚਲੋ ਇੱਕ ਦੂਜੇ ਨੂੰ ਘੱਟ ਕਹੀ ਜਾਈਏ, ਵੱਧ ਕਹੀ ਜਾਈਏ, ਮੈਂ ਕਹੂੰ ਅਸੀਂ ਚੰਗੇ ਆ, ਉਹ ਕਹਿਣਗੇ ਅਸੀਂ ਚੰਗੇ ਆ। ਐਂ ਤਾਂ ਹੁਣ ਕਾਂਗਰਸੀ ਵੀ ਕਹਿੰਦੇ ਅਸੀਂ ਰਿਪੀਟ ਕਰਾਂਗੇ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੇ ਜਿਹੇ ਰਿਪੀਟ ਕਰਨਗੇ, ਕਹਿੰਦੇ ਕਿਤੇ ਵੀ ਗੱਲ ਕਰ ਲਓ ਤਾਂ ਕਹਿੰਦੇ ਅਸੀਂ ਰਿਪੀਟ ਕਰਾਂਗੇ। ਕੋਈ ਨਹੀਂ ਕਹਿੰਦਾ, ਸਾਰੇ ਕਹਿੰਦੇ ਅਸੀਂ ਜਿੱਤਦੇ ਹੈਗੇ। ਹਾਂ, ਸੋ ਇਸ ਕਰਕੇ ਸਰਕਾਰ ਤਾਂ ਜਿਹੜੀ 2022 'ਚ ਉਹ ਕੋਈ ਵਾਹਿਗੁਰੂ ਕਿਰਪਾ ਰੱਖੇ, ਕੋਈ ਨਵੀਂ ਸਥਿਤੀ ਨਾ ਕੋਈ ਇਹੋ ਜਿਹੀ ਖੜੀ ਹੋਵੇ, ਅਕਾਲੀ ਦਲ ਦੇ ਬਣੇਗੀ। ਅੱਛਾ, ਜਿਹੜੇ ਆਖਰੀ ਸਵਾਲ ਹੈ, ਜਿਹੜੇ ਤੁਸੀਂ ਕਹਿ ਰਹੇ ਕਿ ਘਪਲੇ ਹੋਏ ਨੇ, ਚਾਹੇ ਵਜ਼ੀਫੇ ਵਾਲਾ ਜਾਂ ਹੋਰ ਜਿਹੜੇ ਤੁਸੀਂ ਗਿਣਾਏ ਹੈਗੇ ਨੇ, ਤੁਹਾਨੂੰ ਲੱਗਦਾ ਕਿ ਇਹ ਤੁਹਾਡੇ ਵੱਡੇ ਚੋਣ ਮੁੱਦੇ ਹੋਣਗੇ? ਕਿਉਂਕਿ ਤੁਸੀਂ ਕਹਿੰਦੇ ਕਿ ਸਰਕਾਰ ਨੇ ਇਮਾਨਦਾਰੀ ਦੇ ਨਾਲ ਕੋਈ ਕੰਮ ਨਹੀਂ ਕਰਨਾ ਹੈਗਾ ਤੇ ਨਾ ਇਨਸਾਫ ਦੇਣਾ। ਜੀ ਸਾਡੇ ਕੋਲ 3 ਵੱਡੇ ਮੁੱਦੇ ਹੋਣਗੇ ਉਸ ਵੇਲੇ। ਇੱਕ ਜਿਹੜੀ ਪਿੱਛੇ ਅਸੀਂ ਡਿਵੈਲਪਮੈਂਟ ਕੀਤੀ ਸੀ, ਉਹ ਉੱਥੇ ਜਿੱਥੇ ਛੱਡ ਕੇ ਗਏ ਸੀ ਅਸੀਂ, ਫਿਰ ਉਹ ਪੰਜਾਬ ਨੂੰ ਉਸੇ ਲੀਹ 'ਤੇ ਲੈ ਕੇ ਜਾਵਾਂਗੇ ਡਿਵੈਲਪਮੈਂਟ ਵਾਲੀ 'ਤੇ, ਜਿੱਥੇ ਰੁਕ ਗਿਆ ਕੰਮ।
ਉਦੋਂ ਬਾਅਦ ਤਾਂ ਹੋਇਆ ਹੀ ਨਹੀਂ ਨਾ, ਪੌਣੇ 4 ਸਾਲ ਹੋ ਗਏ ਕੋਈ ਕੰਮ। ਇੱਕ ਹੋਏਗਾ ਕਿ ਸਰਕਾਰ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੂੰ ਉਹ ਪੂਰੇ ਨਹੀਂ ਕੀਤੇ, ਝੂਠ ਬੋਲ ਕੇ ਸੱਤਾ ਚਾਹੀਏ ਸਰਕਾਰ। ਇਹ ਝੂਠੀ ਸਰਕਾਰ ਨੂੰ ਦੁਬਾਰਾ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ, ਇੱਕ ਇਹ ਹੋਏਗਾ। ਤੀਜੀ ਆ ਜਿਹੜੇ ਇਹਨਾਂ ਨੇ ਲੁੱਟਮਾਰ ਕੀਤੀ ਆ, ਘਪਲੇ ਜਿਹੜੇ ਕਿ ਸਾਰੇ ਇਹ ਹੋਣਗੇ, ਇਹਨਾਂ ਦੀ ਵੀ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਅਸੀਂ ਪੜਤਾਲ ਵੀ ਕਰਾਵਾਂਗੇ, ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ। ਸਰਕਾਰ ਕਹਿੰਦੀ ਇਹ ਬਹੁਤ ਕਾਂਗਰਸ ਕਹਿੰਦੇ ਉਹਨਾਂ ਕੋਲ ਬ੍ਰਹਮ ਅਸਤਰ ਹੈਗਾ ਜੀ, ਬਰਗਾੜੀ ਸਾਹਿਬ ਜਿਹੜੀ ਬੇਅਦਬੀ ਹੋਈ ਉਹਦੇ ਦੋਸ਼ੀ ਫੜ ਲੈਣੇ ਹੈਗੇ ਜੀ, ਚਾਹੇ ਉਹਦੇ 'ਚ ਸਮੇਤ ਸੈਣੀ ਫੜਨ ਜਾਂ ਕਿਸੇ ਅਕਾਲੀ ਨੂੰ ਫੜਨ ਜੀ। ਦੇਖੋ ਚਲੋ, ਜਿਹੜਾ ਅਫਸਰਾਂ ਨਾਲ ਤਾਂ ਜਿਹੜੀ ਉਹਨਾਂ ਦੀ ਲੜਾਈ ਹੈ ਉਹ ਤਾਂ ਉਹ ਜਾਣਨ ਤੇ ਉਹਨਾਂ ਦਾ ਕੰਮ ਜਾਣੇ। ਬਰਮ ਅਸਤਰ ਵੀ ਤੁਸੀਂ ਵੇਖਿਆ ਹੋਣਾ, ਚਾਹੇ ਮਹਾਭਾਰਤ ਵੇਖੀ ਹੋਊਗੀ, ਚਾਹੇ ਚਲੋ ਮਹਾਭਾਰਤ 'ਚ ਹੀ ਜ਼ਿਆਦਾ ਚੀਜ਼ਾਂ ਚੱਲੀਆਂ ਨੇ। ਬਰਮ ਅਸਤਰ ਵੀ ਇੱਕ ਵਾਰੀ ਹੀ ਚੱਲਦਾ, ਉਹਦੇ ਤੁਸੀਂ ਵੇਖਿਆ ਹੋਣਾ ਸਾਰਾ। ਉਹਦੇ 'ਚ ਉਹ ਜਦੋਂ ਦਿੱਤਾ ਉਹਨੇ ਬਰਮ ਅਸਤਰ, ਉਹਨੂੰ ਕਹਿੰਦਾ ਵੀ ਇੱਕ ਵਾਰੀ ਚੱਲੂਗਾ, ਇਹ ਦੁਬਾਰਾ ਇਹਦਾ ਫਾਇਦਾ ਨਹੀਂ ਹੋਣਾ ਤੈਨੂੰ। ਤੇ ਬਰਮ ਅਸਤਰ ਚੱਲ ਗਿਆ 2017 'ਚ, ਦੁਬਾਰਾ ਨਹੀਂ ਚੱਲਦਾ ਹੁੰਦਾ। ਕੋਈ ਵੀ ਚੀਜ਼ ਜਿਹੜੀ ਠੱਗੀ ਆ ਉਹ ਦੁਬਾਰਾ ਨਹੀਂ ਚੱਲਦੀ। ਇੱਕ ਵਾਰੀ ਇਹਨਾਂ ਨੇ ਸਾਨੂੰ ਬਦਨਾਮ ਕਰਨਾ ਸੀ, ਕਰਕੇ ਲਾ ਲਾ, ਉਹਦੇ ਤੇ ਵੋਟਾਂ ਇਹ ਲੈ ਗਏ ਨੇ, ਬਾਰ-ਬਾਰ ਨਹੀਂ ਚੱਲਦਾ। ਥੈਂਕ ਯੂ ਜੀ। ਸਰਦਾਰ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੇ ਆਪਣੇ ਏਜੰਡਾ ਵੀ ਗਿਣਾਤਾ ਕਿ ਅਸੀਂ ਜਿਹੜੇ ਮੋਟੇ ਜਿਹੜੇ ਚੋਣ ਵਾਅਦਿਆਂ ਤੇ ਲੜਨਾ, ਉਹ ਸਹੀ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ, ਜਿਹੜੀ ਡਿਵੈਲਪਮੈਂਟ ਹੈ ਜਿੱਥੇ ਕਾਲੀ ਭਾਰਤੀ ਜਨਤਾ ਪਾਰਟੀ ਛੱਡ ਕੇ ਗਈ ਸੀ ਉੱਥੋਂ ਦੁਬਾਰਾ ਸ਼ੁਰੂ ਕਰਾਂਗੇ। ਤੇ ਰਹੀ ਗੱਲ ਘਪਲਿਆਂ ਦੀ, ਇੱਥੇ ਘਪਲੇ ਬਹੁਤ ਹੋਏ ਨੇ, ਇਸੇ ਕਰਕੇ ਸ਼ਾਇਦ ਵਾਰ-ਵਾਰ ਸੈਂਟਰ ਦੇ ਦਰਵਾਜ਼ੇ ਖੜਕਾਉਣੇ ਪੈਂਦੇ, ਕਿਉਂਕਿ ਸੈਂਟਰ ਦੇ ਜਿਹੜੇ ਪੈਸੇ ਨੇ ਉਹਨਾਂ ਦਾ ਹਿਸਾਬ ਕਿਤਾਬ ਰੱਖਣ ਦੀ ਵੀ ਉਹਨਾਂ ਦੀ ਜ਼ਿੰਮੇਵਾਰੀ ਅਗਰ ਸਟੇਟਾਂ ਦੇ ਵਿੱਚ ਦੁਰਵਰਤੋਂ ਹੁੰਦੀ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।